ठीक है सर 3 नंबर ਅੱਜ ਅਸੀਂ ਸ਼ੁਰੂ ਕਰਾਂਗੇ ਬਲੱਡ ਟ੍ਰਾਂਸਫਿਊਜ਼ਨ ਐਂਡ ਬਲੱਡ ਗਰੁੱਪਸ ਤੋਂ ਆਪਾਂ ਅੱਜ ਸ਼ੁਰੂਆਤ ਕਰਾਂਗੇ। ਠੀਕ ਹੈ ਦੇਖੋ ਮੈਂ ਫਸਟ ਬਲੌਕ ਪਹਿਲਾਂ ਤੋਂ ਹੀ ਬਣਾ ਕੇ ਰੱਖਿਆ ਹੋਇਆ ਹੈ। ਫਸਟ ਬਲੌਕ ਦੇ ਅੰਦਰ ਕੀ ਨੇ ਬਲੱਡ ਗਰੁੱਪਸ ਲਿਖੇ ਹੋਏ ਨੇ। ਮਤਲਬ ਸਾਡੀ ਬਾਡੀ ਦੇ ਵਿੱਚ ਸਾਡੀ ਬਾਡੀ ਦੇ ਨੇ ਅੰਦਰ ਹਿਊਮਨ ਬੀਇੰਗਸ ਦੇ ਅੰਦਰ ਟੋਟਲ 4 ਤਰ੍ਹਾਂ ਦੇ ਬਲੱਡ ਗਰੁੱਪਸ ਪਾਏ ਜਾਂਦੇ ਨੇ A B AB ਐਂਡ O। समझ आ गया। ਹੁਣ ਦੇਖੋ ਜੋ ਬਲੱਡ ਗਰੁੱਪ A ਹੈ ਬਲੱਡ ਗਰੁੱਪ A ਦੇ ਅੰਦਰ ਐਂਟੀਜਨਸ ਕਿਹੜੀਆਂ ਨੇ ਐਂਟੀਜਨਸ A ਦੀਆਂ ਨੇ ਔਰ ਬਲੱਡ ਗਰੁੱਪ A ਦੇ ਅੰਦਰ ਐਂਟੀਬਾਡੀਜ਼ ਕਿਹੜੀਆਂ ਨੇ A ਐਂਡ AB ਵਾਲੀਆਂ ਐਂਟੀਬਾਡੀਜ਼ ਨੇ। ਇਹਦਾ ਮਤਲਬ ਕੀ ਹੁੰਦਾ ਹੈ ਦੇਖੋ ਐਂਟੀਜਨਸ ਔਰ ਐਂਟੀਬਾਡੀਜ਼ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਐਂਟੀਬਾਡੀਜ਼ ਹੁੰਦੀਆਂ ਨੇ ਜੋ ਕਿਸੇ ਫੋਰਨ ਬਾਡੀ ਦੇ ਨਾਲ ਫਾਈਟ ਕਰਦੀਆਂ ਨੇ। ਐਂਟੀਜਨਸ ਕੀ ਹੁੰਦੀਆਂ ਨੇ ਜੋ ਐਂਟੀਬਾਡੀਜ਼ ਨੂੰ ਬਣਾਉਂਦੀਆਂ ਨੇ। मतलब एंटीजेंस एंटीबॉडीज ਨੂੰ ਬਣਾਉਂਦੇ ਨੇ ਔਰ ਐਂਟੀਬਾਡੀਜ਼ ਕਿਸੇ ਫੋਰਨ ਬਾਡੀ ਦੇ ਨਾਲ ਫਾਈਟ ਕਰਦੇ ਨੇ। ਐਂਟੀजेंस ਐਂਟੀਬॉडीज ਨੂੰ ਪ੍ਰਿਪੇਅਰ ਕਰਦੇ ਨੇ ਔਰ ਐਂਟੀਬਾਡੀਜ਼ ਕਿਸੇ ਦੇ ਨਾਲ ਫਾਈਟ ਕਰਦੇ ਨੇ। ਇਸ ਲਈ ਆਪਾਂ ਦੇਖ ਰਹੇ ਹਾਂ ਕਿਹੜੇ ਕਿਹੜੇ ਬਲੱਡ ਗਰੁੱਪ ਦੇ ਅੰਦਰ ਕਿਹੜੀ ਕਿਹੜੀ ਐਂਟੀਬਾਡੀ ਹੈ ਔਰ ਕਿਹੜੇ ਕਿਹੜੇ ਐਂਟੀजेंस ਨੇ। ਠੀਕ ਹੈ ਦੇਖੋ ਬਲੱਡ ਗਰੁੱਪ B ਦੇ ਅੰਦਰ B ਦੇ ਐਂਟੀजेंस ਹੁੰਦੇ ਨੇ ਔਰ B ਐਂਡ AB ਵਾਲੇ ਐਂਟੀਬਾਡੀਜ਼ ਹੁੰਦੇ ਨੇ। ਜਿਨ੍ਹਾਂ ਦਾ ਬਲੱਡ ਗਰੁੱਪ AB ਹੁੰਦਾ ਉਹਨਾਂ ਦੇ ਅੰਦਰ ਦੋਨੋਂ ਹੀ ਐਂਟੀਜਨਸ ਹੈਗੇ ਨੇ A ਵਾਲੀਆਂ ਵੀ ਔਰ B ਵਾਲੀਆਂ ਵੀ ਦੋਨੋਂ ਐਂਟੀਜਨਸ ਨੇ ਲੇਕਿਨ ਐਂਟੀਬਾਡੀ ਉਹਦੇ ਅੰਦਰ AB ਵਾਲੀ ਹੈ। ਤੇ ਬਲੱਡ ਗਰੁੱਪ O ਦੇ ਅੰਦਰ ਕੋਈ ਵੀ ਐਂਟੀਜਨ ਨਹੀਂ ਹੈ। ਠੀਕ ਹੈ ਬਲੱਡ ਗਰੁੱਪ O ਦੇ ਅੰਦਰ ਕੋਈ ਵੀ ਐਂਟੀਜਨ ਨਹੀਂ ਹੁੰਦਾ ਲੇਕਿਨ ਐਂਟੀਬਾਡੀਜ਼ ਉਹਦੇ ਅੰਦਰ ਸਾਰੀਆਂ ਹੁੰਦੀਆਂ ਨੇ। A ਵਾਲੀਆਂ ਵੀ ਹੁੰਦੀਆਂ ਨੇ B ਵਾਲੀਆਂ ਵੀ ਹੁੰਦੀਆਂ ਨੇ ਔਰ AB ਵਾਲੀਆਂ ਵੀ ਹੁੰਦੀਆਂ ਨੇ। ਪਹਿਲਾਂ ਤੋਂ ਹੀ ਹੈਗੇ ਨੇ ਲੇਕਿਨ ਐਂਟੀਜਨਸ ਨਹੀਂ ਹੈਗੇ ਉਹਨਾਂ ਦੀ ਬਾਡੀ ਦੇ ਅੰਦਰ। ਕੈਨ ਰਿਸੀਵ A ਵਾਲੇ ਕਿਹਦੇ ਤੋਂ ਬਲੱਡ ਰਿਸੀਵ ਕਰ ਸਕਦੇ ਨੇ ਜੋ ਬਲੱਡ ਗਰੁੱਪ A ਹੈ ਜਿਨ੍ਹਾਂ ਦਾ ਉਹ ਕਰ ਸਕਦੇ ਨੇ A ਤੇ O ਤੋਂ ਰਿਸੀਵ ਕਰ ਸਕਦੇ ਨੇ। B ਵਾਲੇ B ਤੇ O ਤੋਂ ਕਰ ਸਕਦੇ ਨੇ। ਇੱਥੋਂ ਕੀ ਪਤਾ ਲੱਗ ਰਿਹਾ ਦੇਖੋ ਸਾਰਿਆਂ 'ਚ O ਤਾਂ ਆ ਹੀ ਰਿਹਾ ਮਤਲਬ ਬਲੱਡ ਗਰੁੱਪ O ਕੀ ਹੈ ਯੂਨੀਵਰਸਲ ਡੋਨਰ। ਸਮਝ ਆ ਗਿਆ। अब ਉਹ ਜਿਹਦਾ ਬਲੱਡ ਗਰੁੱਪ ਹੋਏਗਾ ਉਹ A ਨੂੰ ਦੇ ਸਕਦਾ ਹੈ B ਨੂੰ ਵੀ ਦੇ ਸਕਦਾ ਹੈ AB ਨੂੰ ਵੀ ਦੇ ਸਕਦਾ ਹੈ ਔਰ O ਨੂੰ ਤਾਂ ਦੇ ਹੀ ਸਕਦਾ ਹੈ। A ਕਿਹਦੇ ਤੋਂ ਬਲੱਡ ਰਿਸੀਵ ਕਰ ਸਕਦਾ ਹੈ A ਤੋਂ ਲੈ ਸਕਦਾ ਹੈ ਜਾਂ O ਤੋਂ। B ਵਾਲਾ ਕਿਹਦੇ ਤੋਂ ਲੈ ਸਕਦਾ ਹੈ B ਤੋਂ ਜਾਂ O ਤੋਂ। AB ਵਾਲਾ ਜੋ ਹੁੰਦਾ ਹੈ ਉਹ ਯੂਨੀਵਰਸਲ ਰਿਸੀਵਰ ਹੁੰਦਾ ਹੈ ਉਹ ਕਿਸੇ ਤੋਂ ਵੀ ਲੈ ਸਕਦਾ ਹੈ ਆਲ। ਸਮਝ ਆਇਆ। O ਬਲੱਡ ਗਰੁੱਪ ਕੀ ਹੈ O ਬਲੱਡ ਗਰੁੱਪ ਸਿਰਫ O ਤੋਂ ਹੀ ਲੈ ਸਕਦਾ ਹੈ। ਉਹ ਦੇ ਸਾਰਿਆਂ ਨੂੰ ਸਕਦਾ ਹੈ ਡੋਨੇਟ ਸਾਰਿਆਂ ਨੂੰ ਕਰ ਸਕਦਾ ਲੇਕਿਨ ਰਿਸੀਵ ਸਿਰਫ O ਤੋਂ ਹੀ ਕਰ ਸਕਦਾ। ਆ ਗਿਆ ਸਾਰਾ ਸਮਝ। ਐਂਟੀਜਨ ਨਨ ਹੈ ਫਿਰ ਵੀ ਕਿਹਦਾ ਐਂਟੀਬਾਡੀ ਪਹਿਲਾਂ ਤੋਂ ਹੀ ਪ੍ਰੈਜ਼ੈਂਟ ਨੇ। ਇਹ ਆਪਾਂ ਨੇ ਇੱਕ ਤਾਂ ਫਲੋ ਚਾਰਟ ਸਮਝਿਆ। ਹੁਣ ਆਪਾਂ ਜਿਹੜੀ ਅਗਲੀ ਚੀਜ਼ ਸਮਝਣ ਲੱਗੇ ਹਾਂ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਜਿਹਦਾ ਨਾਮ ਕੀ ਹੈ ਅੱਛਾ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਇਹ ਸਮਝਾਂਗੇ ਕਿਉਂਕਿ ਮੈਂ ਤੁਹਾਨੂੰ ਇੱਥੇ ਕੈਨ ਰਿਸੀਵ ਸਮਝਾਇਆ। ਕੈਨ ਰਿਸੀਵ 'ਚ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਮੈਂ ਕਹਿ ਰਿਹਾ ਵੀ ਇੱਕ ਪਰਸਨ ਦਾ ਬਲੱਡ ਗਰੁੱਪ B ਹੈ ਤਾਂ B ਵਾਲੇ ਤੋਂ ਹੀ ਬਲੱਡ ਰਿਸੀਵ ਕਰ ਸਕਦਾ ਹੈ O ਤੋਂ ਕਰ ਸਕਦਾ ਹੈ ਬਸ B ਐਂਡ O ਤੋਂ ਕਰ ਸਕਦਾ ਹੈ। ਅਗਰ ਉਸਨੇ A ਵਾਲੇ ਤੋਂ ਬਲੱਡ ਰਿਸੀਵ ਕਰ ਲਿਆ ਤਾਂ ਉਹਦੀ ਬਾਡੀ ਦੇ ਅੰਦਰ ਹਰ ਜਗ੍ਹਾ ਤੇ ਕਲੌਟ ਬਣ ਜਾਣਗੇ। ਇੰਨੇ ਸਾਰੇ ਕਲੌਟ ਬਣ ਜਾਣਗੇ ਇਟ ਮੇ ਪ੍ਰੂਵ ਫੈਟਲ ਮਤਲਬ ਡੈਥ ਪੱਕਾ ਹੋਏਗੀ। ਕਦੋਂ ਹੋਏਗੀ ਡੈਥ ਫਸਟ ਡ੍ਰੌਪ ਅੰਦਰ ਜਾਂਦੇ ਸਾਰੀ ਡੈਥ ਹੋ ਜਾਏਗੀ ਮਤਲਬ ਜ਼ਿਆਦਾ ਟਾਈਮ ਨਹੀਂ ਲੱਗੇਗਾ ਕੁਝ ਸੈਕਿੰਡਸ ਦੇ ਅੰਦਰ ਹੀ ਉਹਦੀ ਡੈਥ ਹੋ ਜਾਏਗੀ। ਮਤਲਬ ਤੁਸੀਂ ਬਲੱਡ ਗਰੁੱਪ B ਵਾਲੇ ਨੂੰ ਦੇਖਿਆ ਵੀ ਬਲੱਡ ਗਰੁੱਪ B ਵਾਲੇ ਦਾ ਐਕਸੀਡੈਂਟ ਹੋਇਆ ਤਾਂ ਉਹਨੂੰ ਬਿਨਾਂ ਦੇਖੇ ਹੀ ਬਿਨਾਂ ਸੋਚੇ ਸਮਝੇ ਉਹਨੂੰ ਬਲੱਡ ਗਰੁੱਪ ਬਿਨਾਂ ਉਸਦਾ ਜਾਣੇ ਉਸਨੂੰ ਬਲੱਡ ਦੇਣਾ ਸ਼ੁਰੂ ਕਰਤਾ। ਬਾਈ ਚਾਂਸ ਤੁਸੀਂ ਉਸਨੂੰ O ਤੋਂ ਇਲਾਵਾ ਬਲੱਡ ਦੇਤਾ ਕੋਈ ਮਤਲਬ ਤੁਸੀਂ ਉਹਨੂੰ AB ਜਾਂ A ਦੇਤਾ ਗਲਤੀ ਨਾਲ ਤਾਂ ਜਿਵੇਂ ਹੀ ਉਹਦੀ ਫਸਟ ਡ੍ਰੌਪ B ਵਾਲੇ ਦੇ ਅੰਦਰ A ਵਾਲੇ ਦੀ ਫਸਟ ਡ੍ਰੌਪ ਡਾਲੋਗੇ ਪਾਉਂਦੇ ਸਾਰੀ ਉਹਦੀ ਡੈਥ ਹੋ ਜਾਏਗੀ ਕੁਝ ਨਹੀਂ ਬਚੇਗਾ ਉਹਦੀ ਪੂਰੀ ਬਾਡੀ 'ਚ ਹਰ ਜਗ੍ਹਾ ਤੇ ਇੰਨੀ ਸਾਰੇ ਕਲੌਟਸ ਬਣ ਜਾਣਗੇ। ਇਟ ਮੇ ਬੀ ਫੈਟਲ ਮਤਲਬ ਡਾਕਟਰ ਨਹੀਂ ਬਚਾ ਪਾਏਗਾ ਮੌਤ ਪੱਕਾ ਹੈ। ਫੈਟਲ ਮਤਲਬ ਡੈਥ ਪੱਕਾ ਹੋਣ ਵਾਲੀ ਹੈ ਨਹੀਂ ਬਚੇਗਾ ਉਹ। ਤਾਂ ਇਸ ਲਈ ਬਲੱਡ ਟ੍ਰਾਂਸਫਿਊਜ਼ਨ ਤੋਂ ਪਹਿਲੇ ਬਲੱਡ ਗਰੁੱਪ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਨਾਂ ਬਲੱਡ ਗਰੁੱਪ ਜਾਣੇ किसी बंदे दे बॉडी दे अंदर ट्रांसफ्यूजन ना करो। सर समझ आ गया। ज़्यादा बंदे का लॉस होने की वजह से एक्सीडेंट में तो उसको ये क्यों चाहिए होते हैं उसकी जैसा ब्लड जेड़ा बॉडी दे अंदर ऑलरेडी ब्लड ग्रुप है वही सेम ब्लड ग्रुप देना पड़ेगा ना कोई और दे देगा तो मर जाएगा। क्यों देना
दस तो दिता, दूसरा ब्लड ग्रुप देगा तो उसकी बॉडी के उपर अंदर क्लॉट बन जाएंगे, उसकी बॉडी के अंदर क्लॉट बनने के कारण उसकी डेथ हो जाएगी। सर लॉस ऑफ ब्लड के कारण ब्लड ग्रुप क्यों देना पड़ता है? बॉडी के अंदर ब्लड घट हो चुके हैं तो उन्होंने पूरा भी तो करना है, इन्ना ब्लड होना चाहिए। ब्लड लॉस हो गया तो उन्होंने दिओ भी तो असीं पूरा करने लई नॉर्मल इन्ना होना चाहिए, तभी बॉडी के बाकी सैल्स के कोल ऑक्सीजन वगैरह प्लाज्मा वगैरह पहुंच पाएगा। इसलिए ब्लड लॉस होने की कंडीशन के अंदर जिन्ना ब्लड लॉस होया उसनूं पूरा करने लई किसी होर तो ब्लड लैके दे दो, उसकी बॉडी इन्नी जल्दी इन्ना ब्लड तो रिकवर कर नहीं पाएगी, तो किसी दूसरे बंदे का ब्लड लैके उसकी बॉडी च पाना पैंदा। आ गया पूरा समझ? क्लॉटिंग, हाँ क्लॉटिंग एक तो सट लगती है, इंजरी होंदी है उदों हो जाती है। ये इंटरनल क्लॉटिंग कभी होंदी नहीं, हैपरिन होण नहीं दिंदा, लेकिन इस केस के अंदर क्लॉटिंग 1 सेकंड भी नहीं लगाएगी, हो जाएगी, क्योंकि तुसी कोई दूसरा ब्लड ग्रुप एंटर करवाता। ठीक है, कोई भी दूसरा ब्लड ग्रुप एंटर कराओगे तो बॉडी के अंदर क्लॉट बन जाएगा। अच्छा तुसी सुनिया होएगा ਜਿਹੜੇ ਵੈਂਪਾਇਰਸ ਹੁੰਦੇ ਨੇ, ਵੈਂਪਾਇਰਸ पता ना, वो तो खून पी लेंदे ने, वो तो आंदे जांदे बंदे दा खून पी जांदे ने। ठीक है, क्या उन्होंने बॉडी के अंदर क्लॉट बनते होंगे? बिल्कुल भी नहीं। ध्यान नाल सुनना, ऐसा क्यों? अगर सपोज हिमांश वैंपायर है, ठीक है, हुण हिमांश राती उठ के मतलब लोगों दी गर्दनां दे विच ऐ दंद फसा के खून पीन लग जे, क्या हिमांश के अंदर क्लॉट बन जाएंगे? बिल्कुल भी नहीं। जदों हिमांश खून पिएगा वो ब्लड इहदे स्टमक च जाएगा, मतलब एज अ फूड काम कर रहे हैं, तो जदों स्टमक तो इंटेस्टाइन च जाएगा, इंटेस्टाइन देख लेगा भी मेरे किसी काम का नहीं, उन्होंने बाहर भेज देना, उसने उदे तो न्यूट्रिएंट्स वगैरह कट लेगा, बाकी सारा समान वेस्ट एज ए यूरिन बन के बाहर चला जाएगा। लेकिन जदों ट्रांसफ्यूज करते हैं असी ब्लड, ट्रांसफ्यूज असी मूँह च नहीं पाते, असी सीधा ब्लड वैसल च इंजैक्ट कर देंगे हैं। वो ब्लड मैं बोल रहा ना, हले सुन पूरा, जदों असी ट्रांसफ्यूजन करते हैं तो ब्लड नूं ब्लड वैसल के अंदर पा देंगे हैं, ब्लड वैसल के अंदर जाण नाल डायरैक्ट ब्लड के नाल कॉन्टैक्ट बन जाता किसी दूसरे ब्लड ग्रुप का, तो उदों क्लॉटिंग होंदी है। पीण नाल अगर तू गिलास भर के पी ले किसी का खून तो कुछ नहीं होएगा, समझ आ गया? क्योंकि वो स्टमक के अंदर गया, स्टमक तो बाद तो इंटेस्टाइन च जाएगा, इंटेस्टाइन उहदे चों न्यूट्रिएंट्स वगैरह निकाल लेगा और बाकी चीज़ कह देगा मेरे किसी काम दी नहीं है, वेस्ट यूरिन बन के सारा ब्लड बाहर चल जाएगा बॉडी तो। पीण नाल कुछ नहीं होएगा, लेकिन ट्रांसफ्यूजन करन दे नाल ब्लड दे विच क्लॉट्स बन जाएंगे, वो भी बहुत ज़्यादा फास्ट। समझ आ गया? पी जिन्ना मर्जी सकते हो, ट्रांसफ्यूज नहीं करवा सकते किसी दूसरे का ब्लड। ठीक है, हुण आपां समझांगे RH फैक्टर। देखो मोस्ट ऑफ द ब्लड ऑफ द मोस्ट ऑफ द पीपल कंटेन अ सबसटेंस कॉल्ड RH फैक्टर। इसनों फर्स्ट डिस्कवर किया गया सी रेसिस मंकी दे अंदर, तो इस चीज़ नूं RH दे नाम तो जानिया जाता है। ठीक है, देखो हुण असीं सब तो पहला चीज़ नूं समझांगे RH पॉजिटिव एंड RH नैगेटिव की हुंदा है, फिर बुक जो समझा रही है एक एक लाइन में डिटेल के अंदर समझावांगा। देखो RH क्यों नाम रखे? क्योंकि इसनों पहली बार जो डिस्कवरी की गई सी और रेसिस मंकी के अंदर की गई थी, तो रेसिस के लिए RH नाम रखता उन्होंने, RH फैक्टर, RH पॉजिटिव एंड RH नैगेटिव। RH पॉजिटिव वाले ज्यादा परसनस पाए जाते हैं, RH नैगेटिव वाले घट परसनस होंगे ने, चाहे जेड़ी मर्जी टाइप का ब्लड ग्रुप होए, जेड़ी A-B-O, ठीक है, तो होर केड़ा हो गया AB, जेड़ी मर्जी टाइप का ब्लड ग्रुप हो सकता है, लेकिन ज़्यादातर पॉजिटिव ही होंगे ने, नैगेटिव वाले घट होंगे ने, ये नहीं भी होणगे नहीं। हुण ये पॉजिटिव एंड नैगेटिव तो की मतलब है, उन्हां दे बारे आपां समझना शुरू करांगे। देखो एक पैराग्राफ तो बाद तेनों दसांगा। पर्सन इज सेड टू बी RH पॉजिटिव इफ इट्स RBC कंटेन RH एंटीजेंस। अगर उसकी बॉडी के अंदर RH एंटीजेंस प्रेजेंट ने, एंटीजेंस अगर प्रेजेंट हैगे ने तो उन्होंने की बोलांगे आपां RH पॉजिटिव। और अगर उसकी बॉडी के विच एंटीजेंस नहीं है, एंटीजेंस नहीं है, तो उसकी बॉडी को असीं की बोलांगे RH नैगेटिव ब्लड ग्रुप। हुण जो एंटीबॉडीज होंदियां ने वो दोनों के अंदर प्रेजेंट ने, एंटीबॉडीज इहदे अंदर भी ने, एंटीबॉडीज इहदे अंदर भी ने।
ਐਂਟੀਬਾਡੀਜ਼ ਦੋਨਾਂ ਦੇ ਕੋਲ ਹੁੰਦੀਆਂ ਨੇ, RH ਪੋਜ਼ਿਟਿਵ ਵਾਲੇ ਕੋਲ ਵੀ ਹੁੰਦੀਆਂ ਨੇ, RH ਨੈਗੇਟਿਵ ਵਾਲੇ ਕੋਲ ਵੀ ਹੁੰਦੀਆਂ ਨੇ। ਬਸ ਡਿਫਰੈਂਸ ਕੀ ਹੁੰਦਾ ਨੈਗੇਟਿਵ ਐਂਡ ਪੋਜ਼ਿਟਿਵ ਪਰਸਨ ਦਾ? ਨੈਗੇਟਿਵ ਐਂਡ ਪੋਜ਼ਿਟਿਵ ਪਰਸਨ ਦੇ ਬਲੱਡ ਗਰੁੱਪ 'ਚ ਐਂਟੀਜੈਨਸ ਦਾ ਡਿਫਰੈਂਸ ਹੁੰਦਾ ਹੈ। ਆ ਗਿਆ ਨਾ ਕੁਝ ਸਮਝ? ਹੁਣ ਅਗਲਾ ਪੁਆਇੰਟ ਦੇਖੋ। ਨਾਰਮਲੀ a blood of the RH negative person does not carry any antibody that can react with this antigen। ਹੁਣ ਦੇਖੋ ਉਹ ਕਹਿ ਰਿਹਾ ਜੋ ਨੈਗੇਟਿਵ RH ਪਰਸਨ ਹੁੰਦਾ ਹੈ, ਜੋ ਨੈਗੇਟਿਵ RH ਪਰਸਨ ਹੁੰਦਾ ਹੈ, ਇਸ ਦੀ ਬਾਡੀ ਦੇ ਅੰਦਰ ਐਂਟੀਬਾਡੀਜ਼ ਤਾਂ ਹੈਗੀਆਂ ਨੇ, ਲੇਕਿਨ ਐਸੀ ਕੋਈ ਐਂਟੀਬਾਡੀ ਨਹੀਂ ਹੈ ਜੋ ਕਿਸੇ ਦੂਸਰੀ ਐਂਟੀਜਨ ਦੇ ਨਾਲ ਫਾਈਟ ਕਰ ਸਕੇ। ਸਮਝ ਆ ਗਿਆ? ਜਾਂ ਦੂਸਰੇ ਦੇ ਅਗੇਂਸਟ ਕੋਈ ਐਂਟੀਬਾਡੀ ਬਣਾ ਸਕੇ, ਐਸੀਆਂ ਐਂਟੀਬਾਡੀਜ਼ ਨਹੀਂ ਹੈਗੀਆਂ। ਉਹਦੇ ਕੋਲ ਐਂਟੀਬਾਡੀਜ਼ ਤਾਂ ਹੈ। ਤੁਸੀਂ ਇੱਕ ਲਾਈਨ ਨੂੰ ਥੋੜਾ ਜਿਹਾ ਦੁਬਾਰਾ ਇੱਕ ਵਾਰ ਸਟੱਡੀ ਕਰ ਲਓ ਤਾਂ ਹੀ ਤੁਹਾਨੂੰ ਸਮਝ ਆਏਗਾ, ਨਹੀਂ ਤਾਂ ਔਖਾ ਲੱਗੇਗਾ ਬਹੁਤ। ਦੇਖੋ ਨਾਰਮਲੀ ਤੋਂ ਪੜੋ ਇਧਰੋਂ ਦੀ। ਨਾਰਮਲੀ blood of RH negative person does not carry any antibody that can react with this antigen। मतलब ਉਹਦੇ ਅੰਦਰ ਐਂਟੀਬਾਡੀਜ਼ ਤਾਂ ਹੈ, ਲੇਕਿਨ ਐਂਟੀਜਨ ਦੇ ਨਾਲ ਰਿਐਕਟ ਕਰਨ ਵਾਸਤੇ ਕੋਈ ਐਂਟੀਬਾਡੀ ਨਹੀਂ ਹੈ। ਲੇਕਿਨ ਐਸੀ ਐਂਟੀਬਾਡੀਜ਼ ਨੂੰ ਬਾਡੀ ਬਣਾ ਸਕਦੀ ਹੈ, ਐਸੀ ਐਂਟੀਬਾਡੀਜ਼ ਨੂੰ ਬਾਡੀ ਬਣਾ ਲੈਂਦੀ ਹੈ। ਕਦੋਂ? ਜਦੋਂ ਇੱਕ ਨੈਗੇਟਿਵ ਪਰਸਨ ਦੇ ਅੰਦਰ ਪੋਜ਼ਿਟਿਵ ਪਰਸਨ ਦਾ ਬਲੱਡ ਟ੍ਰਾਂਸਫਿਊਜ਼ ਕਰ ਦਿੱਤਾ ਜਾਏ। ਸਮਝ ਆਇਆ? ਹੁਣ ਇਹਨੂੰ ਆਪਾਂ ਅੱਗੇ ਪੜਾਂਗੇ। ਦੇਖੋ ਬਟ ਸੱਚ ਐਂਟੀਬਾਡੀਜ਼ ਆਰ ਪ੍ਰੋਡਿਊਸਡ if RH negative blood come across with the RH positive blood। अगर नेगेटिव पर्सन दे अंदर पॉजिटिव ब्लड पा दिता जाए तो इदी बॉडीज ए वाला ब्लड ग्रुप एंटीबॉडीज जनरेट करना शुरू कर देगा इदे एंटीबॉडीज दे अगेंस्ट। समझ आ गया? वैसे तो इदे कोल इदे अगेंस्ट कोई भी एंटीबॉडी नहीं सीगी। मेरी गल नूं फॉलो करो बहुत ध्यान दे नाल। जो RH नेगेटिव पर्सन होंदे ने ਉਹਨਾਂ ਦੇ ਅੰਦਰ ਐਂਟੀਬਾਡੀਜ਼ ਤਾਂ ਹੁੰਦੀਆਂ ਨੇ, ਲੇਕਿਨ ਇਹਨਾਂ ਦੇ ਖਿਲਾਫ ਕੋਈ ਐਂਟੀਬਾਡੀਜ਼ ਨਹੀਂ ਹੁੰਦੀਆਂ। ਲੇਕਿਨ ਐਸੀਆਂ ਐਂਟੀਬਾਡੀਜ਼ ਪ੍ਰੀਪੇਅਰ ਕੀਤੀਆਂ ਜਾ ਸਕਦੀਆਂ ਨੇ। ਕਦੋਂ? ਜਦੋਂ ਇੱਕ RH ਪੋਜ਼ਿਟਿਵ ਪਰਸਨ ਦਾ ਬਲੱਡ RH ਨੈਗੇਟਿਵ ਪਰਸਨ ਦੇ ਅੰਦਰ ਪਾ ਦਿੱਤਾ ਜਾਂਦਾ ਹੈ। ਜਦੋਂ ਜਰਾ ਜਿਹਾ ਵੀ ਪੋਜ਼ਿਟਿਵ ਬਲੱਡ ਗਰੁੱਪ ਨੈਗੇਟਿਵ ਬਲੱਡ ਗਰੁੱਪ ਦੇ ਅੰਦਰ ਜਾਂਦਾ ਹੈ ਤਾਂ ਉਦੋਂ ਕੀ ਹੁੰਦਾ ਹੈ, ਇਹਦੀ ਬਾਡੀ ਵੀ ਉਹਦੇ ਖਿਲਾਫ ਐਂਟੀਬਾਡੀਜ਼ ਪ੍ਰੀਪੇਅਰ ਕਰਨਾ ਸ਼ੁਰੂ ਕਰ ਦਿੰਦੀ ਹੈ। ਇੰਨਾ ਸਮਝ ਆ ਗਿਆ? ਹੁਣ ਅੱਗੇ ਪੜੋ। ਇਨ ਸੱਚ ਕੇਸ क्या ਇਹ ਫਾਇਦੇਮੰਦ ਹੈ ਕਿ ਨੁਕਸਾਨਦਾਇਕ ਹੈ? ਹੁਣ ਆਪਾਂ ਇਹ ਪੜਾਂਗੇ, ਫਿਰ ਤੁਸੀਂ ਟੌਪਿਕ ਖਤਮ ਹੋਣ ਤੋਂ ਬਾਅਦ ਡਾਊਟ ਪੁੱਛਣਾ। ਇਨ ਸੱਚ ਕੇਸ ਟ੍ਰਾਂਸਫਿਊਜ਼ਡ RH ਪੋਜ਼ਿਟਿਵ ਐਕਟ ਐਜ਼ ਅ ਫੋਰਨ ਬੋਡੀ ਟੂ ਦਾ RH ਨੈਗੇਟਿਵ। ਹੁਣ ਦੇਖੋ ਅਸੀਂ ਹੁਣੇ ਕੀ ਸਮਝਿਆ, ਨੈਗੇਟਿਵ ਪਰਸਨ ਦੇ ਕੋਲ ਪੋਜ਼ਿਟਿਵ ਦੇ ਖਿਲਾਫ ਕੋਈ ਵੀ ਐਂਟੀਬਾਡੀ ਨਹੀਂ ਸੀ, ਸਮਝਿਆ? लेकिन फिर उस तो बाद मैं दसिया नैगेटिव परसन कुछ एंटीबॉडीज प्रिपेयर कर सकता है जदों एक पॉजिटिव ब्लड वाला बंदा नैगेटिव वाले बंदे नूं अपना ब्लड दे दे। चला गया हुण समझो पॉजिटिव वाले ब्लड दा पॉजिटिव ब्लड नैगेटिव ब्लड दे विच चला गया। जदों जाएगा नैगेटिव परसन दे अंदर पॉजिटिव ब्लड जदों चला जाएगा ਤਾਂ ਇਹ ਵਾਲਾ ਪਰਸਨ ਕੀ ਸਮਝੇਗਾ, ਸਾਰੀਆਂ ਦੀਆਂ ਸਾਰੀਆਂ ਪੋਜ਼ਿਟਿਵ ਬਲੱਡ ਗਰੁੱਪ ਨੂੰ ਕੀ ਸਮਝ ਲੇਗਾ, ਫੋਰਨ ਬਾਡੀਜ਼ ਸਮਝ ਲੇਗਾ, ਦੁਸ਼ਮਣ ਸਮਝ ਲੇਗਾ ਆਪਣਾ। ਤਾਂ ਉਸ ਦੁਸ਼ਮਣ ਦੇ ਖਿਲਾਫ ਐਂਟੀਬਾਡੀਜ਼ ਬਣਾ ਰਿਹਾ ਉਹ। ਸਮਝ ਆ ਗਿਆ? ਹੁਣ ਦੇਖੋ ਮੈਂ ਤੁਹਾਨੂੰ ਬੁੱਕ ਦੀ ਲੈਂਗੁਏਜ ਚ ਬੋਲਦਾ, ਉਹਨੂੰ ਸਮਝੋ। ਇਨ ਸੱਚ ਕੇਸ ਟ੍ਰਾਂਸਫਿਊਜ਼ਡ RH ਪੋਜ਼ਿਟਿਵ ਬਲੱਡ ਐਕਟ ਐਜ਼ ਅ ਫੋਰਨ ਬਾਡੀਜ਼ ਟੂ ਦਾ ਨੈਗੇਟਿਵ ਪਰਸਨ। ਉਹਦੀਆਂ ਐਂਟੀਬਾਡੀਜ਼ ਇਹਦੇ ਲਈ ਕੀ ਬਣ ਜਾਣਗੀਆਂ, ਫੋਰਨ ਬਾਡੀਜ਼ ਬਣ ਜਾਣਗੀਆਂ। ਉਸ ਫੋਰਨ ਬਾਡੀਜ਼ ਨੂੰ ਮਾਰਨ ਦੇ ਲਈ ਉਹ ਐਂਟੀਬਾਡੀਜ਼ ਬਣਾ ਰਹੇ। ਐਸੀਆਂ ਐਂਟੀਬਾਡੀਜ਼ ਇਹਦੇ ਅੰਦਰ ਪਹਿਲਾਂ ਤੋਂ ਨਹੀਂ ਸੀਗੀਆਂ, ਹੁਣ ਬਣਨਾ ਸ਼ੁਰੂ ਹੋਈਆਂ ਨੇ। ਹੁਣ ਬਣਨਾ ਸ਼ੁਰੂ ਹੋਈਆਂ ਨੇ ਕਦੋਂ? ਜਦੋਂ ਪੋਜ਼ਿਟਿਵ ਦਾ ਬਲੱਡ ਨੈਗੇਟਿਵ ਦੇ ਵਿੱਚ ਪਾਇਆ ਗਿਆ ਉਦੋਂ। ਆ ਗਿਆ ਇਹਨਾਂ ਕੋ ਸਮਝ? ਅੱਗੇ ਪੜੋ। His body proceed to produce the antibodies known as anti-RH to destroy the transfused RH positive red blood corpuscles। ਹੁਣ ਦੇਖੋ ਅਸੀਂ ਪੋਜ਼ਿਟਿਵ ਬਲੱਡ ਗਰੁੱਪ ਵਾਲੇ ਪਰਸਨ ਦਾ ਬਲੱਡ ਨੈਗੇਟਿਵ ਦੇ ਅੰਦਰ ਪਾਇਆ ਸੀਗਾ। ਜਦੋਂ ਹੀ ਪੋਜ਼ਿਟਿਵ ਬਲੱਡ ਗਰੁੱਪ ਵਾਲੇ ਪਰਸਨ ਦਾ ਬਲੱਡ ਨੈਗੇਟਿਵ ਦੇ ਅੰਦਰ ਪਾਇਆ ਗਿਆ, ਇਹਦੇ ਅੰਦਰ ਪੋਜ਼ਿਟਿਵ RH ਪੋਜ਼ਿਟਿਵ RBCs ਸੀਗੀਆਂ।
ਉਹ ਵਾਲੀਆਂ ਪੋਜ਼ਿਟਿਵ ਆਰਬੀਸੀਜ਼ ਨੂੰ ਇਸਨੇ ਕੀ ਮੰਨ ਲਿਆ, ਫੋਰਨ ਬੋਡੀਜ਼, ਦੁਸ਼ਮਣ ਮੰਨ ਲਿਆ, ਆਪਣਾ ਫੋਰਨ ਬੋਡੀਜ਼ ਮੰਨ ਲਿਆ। ਤਾਂ RH ਨੈਗੇਟਿਵ ਵਾਲਾ ਕੀ ਕਰੇਗਾ, ਉਸ ਆਰਬੀਸੀਜ਼ ਨੂੰ ਡਿਸਟਰੋਏ ਕਰਨ ਦੇ ਲਈ ਜਿਹੜੀਆਂ ਐਂਟੀਬਾਡੀਜ਼ ਬਣਾਏਗਾ ਉਹਨਾਂ ਨੂੰ ਬੋਲਿਆ ਜਾਂਦਾ ਹੈ ਐਂਟੀ RH। ਐਂਟੀ RH ਸਮਝ ਆ ਗਿਆ। ਜਿਹੜੀਆਂ ਇਹਦੇ ਵੱਲੋਂ ਗਈਆਂ ਨੇ ਉਹ ਕੀ ਨੇ, ਪੋਜ਼ਿਟਿਵ ਆਰਬੀਸੀਜ਼ ਗਏ ਨੇ। ਉਹ ਪੋਜ਼ਿਟਿਵ ਆਰਬੀਸੀਜ਼ ਇਹਦੇ ਵਾਸਤੇ ਕੀ ਬਣ ਜਾਣਗੇ, ਫੋਰਨ ਬੋਡੀਜ਼ ਬਣ ਜਾਣਗੀਆਂ। ਉਸ ਫੋਰਨ ਬੋਡੀਜ਼ ਨੂੰ ਡਿਸਟਰੋਏ ਕਰਨ ਵਾਸਤੇ ਨੈਗੇਟਿਵ ਪਰਸਨ ਦਾ ਬਲੱਡ ਜੋ ਐਂਟੀਬਾਡੀਜ਼ ਪ੍ਰਿਪੇਅਰ ਕਰਦਾ ਹੈ, ਉਹ ਵਾਲੀ ਐਂਟੀਬਾਡੀਜ਼ ਦਾ ਨਾਮ ਕੀ ਹੈ, ਐਂਟੀ RH। ਅੱਗੇ ਪੜ੍ਹਦੇ ਹਾਂ। ਫਸਟ ਟ੍ਰਾਂਸਫਿਊਜ਼ਨ ਇਜ਼ ਨੋਟ ਐਪਟ ਟੂ ਬੀ ਸੀਰੀਅਸ। ਕਹਿੰਦਾ ਪਹਿਲੀ ਵਾਰ ਅਗਰ ਤੁਸੀਂ ਕਰਵਾ ਲਈ ਹੈ ਟ੍ਰਾਂਸਫਿਊਜ਼ਨ ਗਲਤੀ ਨਾਲ ਤਾਂ ਹੋ ਸਕਦਾ ਵੀ ਇੰਨਾ ਸੀਰੀਅਸ ਨਾ ਹੋਏ, ਲੇਕਿਨ ਅੱਗੇ ਪੜੋ, ਲੇਕਿਨ ਅਗਰ ਤੁਸੀਂ ਐਸੀਆਂ ਟ੍ਰਾਂਸਫਿਊਜ਼ਨਸ ਰੈਪਿਡਲੀ ਕਰਵਾਉਂਦੇ ਹੋ ਅਲਟੀਮੇਟਲੀ ਲੈਡ ਟੂ ਦਾ ਡੈਥ ਆਫ ਦਾ RH ਨੈਗੇਟਿਵ ਪਰਸਨ। ਪੋਜ਼ਿਟਿਵ ਵਾਲੇ ਪਰਸਨ ਨੂੰ ਕੁਝ ਨਹੀਂ ਹੋਏਗਾ, ਲੇਕਿਨ ਨੈਗੇਟਿਵ ਪਰਸਨ ਦੀ ਮੌਤ ਹੋ ਸਕਦੀ ਹੈ। ਕਦੋਂ, ਅਗਰ ਉਹ ਰੈਪਿਡਲੀ ਆਪਣੇ ਅੰਦਰ ਪੋਜ਼ਿਟਿਵ ਪਰਸਨ ਦਾ ਬਲੱਡ ਪਵਾਈ ਜਾ ਰਿਹਾ ਹੈ। ਐਸਾ ਕਿਉਂ ਹੋਇਆ, ਹੁਣ ਬੁੱਕ ਦੇ ਅੰਦਰ ਨਹੀਂ ਲਿਖਿਆ ਪਿਆ, ਤੁਸੀਂ ਮੇਰੇ ਕੋਲੋਂ ਸਮਝ ਲਓ। ਦੇਖੋ, ਜਦੋਂ ਉਹ ਰੈਪਿਡਲੀ ਪੋਜ਼ਿਟਿਵ ਪਰਸਨ ਦਾ ਬਲੱਡ ਆਪਣੇ ਅੰਦਰ ਪਵਾਈ ਜਾ ਰਿਹਾ ਸੀਗਾ ਤਾਂ ਵੈਸੇ ਉਹ ਨੁਕਸਾਨਦਾਇਕ ਐਂਟੀਬਾਡੀਜ਼ ਨਹੀਂ ਸੀਗੀਆਂ, ਉਹ ਸਿਰਫ ਪੋਜ਼ਿਟਿਵ ਆਰਬੀਸੀਜ਼ ਸੀਗੇ। ਪੋਜ਼ਿਟਿਵ ਆਰਬੀਸੀ ਨੇ ਕੋਈ ਨੁਕਸਾਨ ਨਹੀਂ ਕਰਨਾ ਸੀਗਾ ਨੈਗੇਟਿਵ ਪਰਸਨ 'ਚ ਜਾ ਕੇ, ਲੇਕਿਨ ਨੈਗੇਟਿਵ ਪਰਸਨ ਨੂੰ ਤਾਂ ਲੱਗ ਰਿਹਾ ਨਾ ਵੀ ਮੇਰੇ ਅੰਦਰ ਕੋਈ ਫੋਰਨ ਬੋਡੀ ਆ ਰਹੀ ਹੈ, ਉਹਨੂੰ ਤਾਂ ਫੋਰਨ ਬੋਡੀ ਹੀ ਲੱਗ ਰਹੀ ਹੈ, ਉਹਨੂੰ ਤਾਂ ਦੁਸ਼ਮਣ ਫੀਲ ਹੋ ਰਿਹਾ, ਚਾਹੇ ਉਹ ਦੁਸ਼ਮਣ ਨਹੀਂ ਹੈ, ਉਹਨੂੰ ਦੁਸ਼ਮਣ ਫੀਲ ਹੋ ਰਿਹਾ। ਤਾਂ ਉਹ ਜਦੋਂ ਇਹਦੇ ਖਿਲਾਫ ਐਂਟੀ RH ਪੋਜ਼ਿਟਿਵ ਬੋਡੀਜ਼ ਬਣਾਉਂਦਾ ਹੈ, ਜਦੋਂ ਇਹਦੇ ਖਿਲਾਫ ਐਂਟੀ ਪੋਜ਼ਿਟਿਵ ਬੋਡੀਜ਼ ਬਣਾਉਂਦਾ ਹੈ ਤਾਂ ਉਹਨਾਂ ਨੂੰ ਕਿਲ ਕਰਨਾ ਸ਼ੁਰੂ ਕਰ ਦਿੰਦਾ ਹੈ। ਤਾਂ ਉਹਦੀ ਬੋਡੀ ਦੇ ਵਿੱਚ ਆਪਣੇ ਐਂਟੀਬਾਡੀਜ਼ ਤੋਂ ਇਲਾਵਾ ਜਿਹੜੀਆਂ ਕਿਲ ਕਰਨ ਵਾਲੀਆਂ ਬੋਡੀਜ਼ ਨੇ ਉਹ ਜ਼ਿਆਦਾ, ਮਤਲਬ ਮੌਤ ਜ਼ਿਆਦਾ ਹੋ ਰਹੀ ਹੁੰਦੀ ਹੈ, ਲਿਵਿੰਗ ਵਾਲੇ ਸੈਲਸ ਘੱਟ ਹੋ ਜਾਂਦੇ ਨੇ। ਮਤਲਬ ਸਾਰਿਆਂ ਦੀ ਡੈਥ ਹੋ ਰਹੀ ਹੈ, ਸਾਰਿਆਂ ਨੂੰ ਮਾਰਿਆ ਹੀ ਜਾ ਰਿਹਾ ਹੈ, ਜਿੰਦਾ ਸੈਲਸ ਬਚਦੇ ਨਹੀਂ ਹੈ, ਸਾਰੀਆਂ ਡੈਡ ਬੋਡੀਜ਼ ਇਕੱਠੀਆਂ ਹੋ ਜਾਂਦੀਆਂ ਨੇ, ਜਿਸ ਦੇ ਕਾਰਨ ਇਸ ਪਰਸਨ ਦੀ ਬੋਡੀ ਦੇ ਅੰਦਰ ਰੈੱਡ ਬਲੱਡ ਸੈਲਸ ਦੀ ਬਹੁਤ ਜ਼ਿਆਦਾ ਕਮੀ ਹੋ ਜਾਏਗੀ। ਇੱਕ ਦਿਨ ਆਏਗਾ ਇੰਨੀ ਕਮੀ ਹੋ ਜਾਏਗੀ ਵੀ ਆਕਸੀਜਨ ਟਰੈਵਲ ਕਰਵਾਉਣ ਵਾਸਤੇ ਰੈੱਡ ਬਲੱਡ ਸੈਲਸ ਬਚਣਗੇ ਹੀ ਨਹੀਂ, ਔਰ ਇਸ ਪਰਸਨ ਦੀ ਅਲਟੀਮੇਟਲੀ ਕੀ ਹੋ ਜਾਏਗੀ, ਡੈਥ ਹੋ ਜਾਏਗੀ। ਠੀਕ ਹੈ, ਹੁਣ ਤੁਸੀਂ ਰੀਡ ਕਰ ਲਓ ਫਿਰ ਡਾਊਟ ਪੁੱਛਣਾ। ਹੁਣ ਆਪਾਂ ਪੜਾਂਗੇ, ਦੇਖੋ RH ਫੈਕਟਰ ਇਨ ਦਾ ਪ੍ਰੈਗਨੈਂਸੀ, ਇਹ ਅੱਜ ਆਪਣਾ ਲਾਸਟ ਟੌਪਿਕ ਰਹੇਗਾ। RH ਫੈਕਟਰ ਇਜ਼ ਵੈਰੀ ਇੰਪੋਰਟੈਂਟ, ਇਟ ਇਜ਼ ਇਨਹੈਰੀਟੇਬਲ। RH ਫੈਕਟਰ ਜੋ ਹੁੰਦਾ ਹੈ ਇਹ ਬੜਾ ਹੀ ਇੰਪੋਰਟੈਂਟ ਹੈ, ਇਨਹੈਰੀਟੇਬਲ ਹੈ, ਮਤਲਬ ਪੇਰੈਂਟਸ ਤੋਂ ਬੱਚਿਆਂ ਤੱਕ ਚਲੇ ਜਾਂਦਾ। ਅਗਰ ਪੇਰੈਂਟਸ RH ਪੋਜ਼ਿਟਿਵ ਹੈਗੇ ਨੇ ਤਾਂ ਬੱਚੇ ਵੀ RH ਪੋਜ਼ਿਟਿਵ ਹੀ ਹੁੰਦੇ ਨੇ। ਠੀਕ ਹੈ, ਨੈਗੇਟਿਵ ਹੈ ਤਾਂ ਨੈਗੇਟਿਵ ਹੋ ਸਕਦੇ ਨੇ। ਤਾਂ ਇਹ ਕਿਆ ਕੋਈ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ ਹੈ, ਉਹਨੂੰ ਆਪਾਂ ਸਮਝਣਾ। ਹੁਣ ਦੇਖੋ, RH ਨੈਗੇਟਿਵ ਵੂਮਨ ਨੈਗੇਟਿਵ ਹੈ, ਉਹਨੇ ਮੈਰਿਜ ਕੀਤੀ ਹੈ RH ਪੋਜ਼ਿਟਿਵ ਪਰਸਨ ਦੇ ਨਾਲ ਐਂਡ ਕਨਸੀਵ ਅ ਪੋਜ਼ਿਟਿਵ ਫੀਟਸ। ਇੱਧਰ ਤੱਕ ਸਮਝ ਆ ਗਿਆ। ਇੱਕ ਨੈਗੇਟਿਵ RH ਨੈਗੇਟਿਵ ਵਾਲੀ ਫੀਮੇਲ ਸੀਗੀ, ਉਸਨੇ ਜਦੋਂ ਮੈਰਿਜ ਕਰਵਾਈ ਹੈ ਤਾਂ ਪੋਜ਼ਿਟਿਵ ਪਰਸਨ ਦੇ ਨਾਲ ਮੈਰਿਜ ਕਰਵਾਈ ਹੈ। ਪੋਜ਼ਿਟਿਵ ਕਿਹੜਾ, RH ਪੋਜ਼ਿਟਿਵ ਵਾਲਾ। ਤੇ ਉਹਨਾਂ ਦਾ ਜਿਹੜਾ ਬੱਚਾ ਹੋਇਆ ਹੈ, ਕਨਸੀਵ ਅ ਚਾਈਲਡ, ਅਗਰ ਉਹ RH ਪੋਜ਼ਿਟਿਵ ਹੈ। ਠੀਕ ਹੈ, ਦੇਖੋ ਕਹਿ ਰਿਹਾ ਕਨਸੀਵ ਐਨ RH ਪੋਜ਼ਿਟਿਵ, ਫਸਟ ਬੇਬੀ ਮੇ ਬੀ ਸੇਫ। ਤਾਂ ਉਹਨਾਂ ਦਾ ਫਸਟ ਜਿਹੜਾ ਚਾਈਲਡ ਹੈ ਉਹ ਸੇਫ ਹੋ ਸਕਦਾ, ਮੇ ਬੀ ਸੇਫ। ਮੇ ਵਰਡ ਆ ਗਿਆ ਨਾ, ਹੋ ਸਕਦਾ ਉਹ ਨਾ ਸੇਫ ਹੁੰਦਾ, ਪਰ ਹੋ ਸਕਦਾ ਸੇਫ ਹੋ ਗਿਆ। ਦੇਖੋ, ਬਟ ਦਾ ਫੋਲੋਇੰਗ RH ਪੋਜ਼ਿਟਿਵ ਫੀਟਸ ਵਿਲ ਡਾਈ ਇਨ ਦਾ ਵੋਮ ਔਰ ਸੂਨ ਆਫਟਰ ਦਾ ਬਰਥ। ਅਗਰ ਉਸ ਬੱਚੇ ਦਾ ਅਗਰ ਕੋਈ ਹੋਰ ਬੱਚੇ ਦਾ ਜਨਮ ਹੁੰਦਾ ਹੈ, ਮਤਲਬ ਪਹਿਲਾ ਬੱਚਾ ਹੋਇਆ ਉਹਨਾਂ ਦਾ, ਪਹਿਲਾ ਬੱਚਾ ਉਹਨਾਂ ਦਾ ਪੋਜ਼ਿਟਿਵ ਸੀਗਾ, ਪੋਜ਼ਿਟਿਵ ਬੱਚੇ ਦੀ ਡੈਥ ਹੋ ਸਕਦੀ ਸੀ ਲੇਕਿਨ ਬਚ ਗਿਆ। ਲੇਕਿਨ ਜਦੋਂ ਸੈਕਿੰਡ ਬੇਬੀ ਹੋਏਗਾ ਉਹਨਾਂ ਦਾ, ਸੈਕਿੰਡ ਬੇਬੀ ਅਗਰ ਉਹ RH ਪੋਜ਼ਿਟਿਵ ਨਿਕਲਿਆ ਤਾਂ ਉਹ ਜਾਂ ਤਾਂ ਮਦਰ ਬੋਡੀ ਦੇ ਅੰਦਰ ਹੀ ਮਰ ਜਾਏਗਾ ਜਾਂ ਜਨਮ ਹੋਣ ਤੋਂ ਕੁਝ ਘੰਟਿਆਂ ਦੇ ਅੰਦਰ ਮਰ ਜਾਏਗਾ। ਸਮਝ ਆਇਆ? ਅੱਗੇ ਪੜ੍ਹਦੇ ਹਾਂ। ऐसा क्यों होता है, सारा कुछ एक्सप्लेन करेगी बुक खुद ही, पढ़ते रहो। देखो, इट इज बिकॉज द फैक्ट दैट RH पॉजिटिव fetus induce the information of anti-RH antibodies in the RH negative blood of the mother। देखो,
ਕਹਿੰਦਾ ਜਦੋਂ ਹੀ ਦੇਖੋ ਇੱਕ ਨੈਗੇਟਿਵ ਫੀਮੇਲ ਨੇ ਇੱਕ ਪੋਜ਼ਿਟਿਵ ਮੇਲ ਦੇ ਨਾਲ ਮੈਰਿਜ ਕਰਵਾਈ ਔਰ ਉਹਨਾਂ ਦਾ ਜਿਹੜਾ ਬੱਚਾ ਆਇਆ ਕਨਸੀਵ ਆ ਚਾਈਲਡ ਉਹ ਵੀ ਅਗਰ ਪੋਜ਼ਿਟਿਵ ਹੋਇਆ ਤਾਂ ਉਸ ਕੇਸ ਦੇ ਅੰਦਰ ਕੀ ਹੋਏਗਾ, ਉਸ ਕੇਸ ਦੇ ਅੰਦਰ ਜਿਹੜੀ ਨੈਗੇਟਿਵ ਫੀਮੇਲ ਹੈ ਉਸ ਨੈਗੇਟਿਵ ਫੀਮੇਲ ਦੀ ਬਾਡੀ ਦੇ ਅੰਦਰ ਕੀ ਹੋਏਗਾ, anti-RH ਐਂਟੀਬਾਡੀਜ਼ ਬਣਨਾ ਸਟਾਰਟ ਹੋ ਜਾਣਗੀਆਂ। ਹਾਲੇ ਸਟਾਰਟ ਹੋਈਆਂ ਨੇ। ਮੰਨਤ ਸਮਝ ਆ ਰਿਹਾ? ਫਸਟ ਚਾਈਲਡ ਸੇਫ ਕਿਉਂ ਰਿਹਾ? ਕਿਉਂਕਿ ਹਾਲੇ ਬਣਨਾ ਸਟਾਰਟ ਹੋਈਆਂ ਸੀ, ਹਾਲੇ ਇੰਨੀਆਂ ਸਾਰੀਆਂ ਨਹੀਂ ਬਣੀਆਂ ਸੀ। ਜਦੋਂ ਸੈਕਿੰਡ ਪ੍ਰੈਗਨੈਂਸੀ ਪੀਰੀਅਡ 'ਚ ਆਏਗੀ ਉਸ ਟਾਈਮ ਤੱਕ ਉਹਦੀ ਬਾਡੀ ਦੇ ਅੰਦਰ ਬਹੁਤ ਸਾਰੀਆਂ anti-RH ਬਣ ਚੁੱਕੀਆਂ ਹੋਣਗੀਆਂ। ਆ ਗਿਆ ਸਮਝ ਉਰੇ ਤੱਕ? ਅੱਗੇ ਚੱਲਦੇ ਹਾਂ। ਤਾਂ ਹੁਣ ਉਸ ਮਦਰ ਬਾਡੀ ਦੇ ਅੰਦਰ anti-RH ਬਹੁਤ ਸਾਰੀਆਂ ਨੇ। ਅੱਗੇ ਪੜ੍ਹਦੇ ਹਾਂ। ਡਿਊਰਿੰਗ ਦਾ ਫਸਟ ਪ੍ਰੈਗਨੈਂਸੀ formation of anti-RH bodies is very slow and does not show the effect of the RBC of the fetus। ਮੰਨਤ, ਦਿਵਿਅਮ ਤੇ ਹਿਮਾਂਸ਼ ਧਿਆਨ ਨਾਲ ਸੁਣੋ। ਜਦੋਂ ਫਸਟ ਟਾਈਮ ਕਨਸੀਵ ਕਰ ਰਹੀ ਸੀ, ਫਸਟ ਟਾਈਮ ਕਨਸੀਵ ਕਰਨ ਦੇ ਦੌਰਾਨ ਉਹਦੀ ਬਾਡੀ ਦੇ ਅੰਦਰ ਬਹੁਤ ਹੀ ਥੋੜੀਆਂ ਜਿਹੀਆਂ anti-RH ਐਂਟੀਬਾਡੀਜ਼ ਸੀਗੀਆਂ। ਨਾ ਤਾਂ ਉਸਨੇ ਆਪਣੀ ਬਾਡੀ ਨੂੰ ਕੋਈ ਹਾਰਮ ਪਹੁੰਚਾਇਆ ਤੇ ਨਾ ਹੀ ਫੀਟਸ ਨੂੰ ਹਾਰਮ ਪਹੁੰਚਾਇਆ। ਉਹਨੇ ਬੋਲਿਆ ਸੀ ਨਾ ਇਟ ਮੇ ਹਾਰਮ, ਹੋ ਸਕਦਾ ਹੈ ਉਹਦੀਆਂ anti-RH ਫੀਟਸ ਨੂੰ ਹਾਰਮ ਪਹੁੰਚਾ ਸਕਦੀਆਂ ਸੀ ਪਰ ਬਚ ਗਿਆ। ਲੇਕਿਨ ਜਦੋਂ ਨੈਕਸਟ ਟਾਈਮ ਕਨਸੀਵ ਕਰਨਗੇ ਤਾਂ ਉਹਦੀ ਬਾਡੀ ਦੇ ਅੰਦਰ ਬਹੁਤ ਸਾਰੀਆਂ ਨੈਗੇਟਿਵ anti-RH ਬਣ ਚੁੱਕੀਆਂ ਹੋਣਗੀਆਂ। ਤਾਂ ਉਹ ਨੈਗੇਟਿਵ anti-RH ਕੀ ਕਰਨਗੀਆਂ, ਉਹ ਫੀਟਸ ਦੀਆਂ RBC ਨੂੰ ਵੀ ਡਿਸਟਰੋਏ ਕਰਨਾ ਸ਼ੁਰੂ ਕਰ ਦੇਣਗੀਆਂ। ਠੀਕ ਹੈ, ਆਪਣੇ RBC ਨੂੰ ਵੀ ਡਿਸਟਰੋਏ ਕਰਵਾਏਗੀ ਉਹ ਮਦਰ, ਫੀਟਸ ਦੀ RBC ਨੂੰ ਵੀ ਡਿਸਟਰੋਏ ਕਰਵਾਉਣਾ ਸ਼ੁਰੂ ਕਰ ਦੇਗੀ। ਅੱਗੇ ਪੜੋ। ਬਟ in the succeeding fetus RH positive the result will be, ਕੀ ਲਿਖਿਆ ਹੋਇਆ ਦੇਖੋ, ਵਰਡ ਨੂੰ ਅੰਡਰਲਾਈਨ ਕਰੋ, it will be disastrous। ਮਤਲਬ ਉਸ ਬੱਚੇ ਦੀ ਪੱਕਾ ਮੌਤ ਹੋਣ ਵਾਲੀ ਹੈ ਕਿਉਂਕਿ ਉਸ ਮਦਰ ਬਾਡੀ ਦੇ ਅੰਦਰ ਬਹੁਤ ਸਾਰੇ anti-RH ਪਏ ਨੇ। ਉਹ ਸਾਰੇ ਦੇ ਸਾਰੇ anti-RH ਉਹ ਆਪਣੀ ਬਾਡੀ ਚੋਂ ਚੱਕ ਕੇ ਉਹ ਬੱਚੇ 'ਚ ਪਾ ਦੇਗੀ। ਉਹ ਬੱਚੇ 'ਚ ਤਾਂ ਹਾਲੇ ਪਹਿਲਾਂ ਹੀ ਬੜੇ ਘੱਟ RBC ਸੀਗੇ। ਉਹ ਜਿਵੇਂ ਹੀ ਮਦਰ ਉਹਦੀ ਬਾਡੀ 'ਚ anti-RH ਪਾਏਗੀ ਉਹ ਸਾਰੇ ਦੇ ਸਾਰੇ anti-RH ਜਾ ਕੇ ਕੀ ਕਰਨਗੇ, ਬੱਚੇ ਦੀ ਬਾਡੀ ਦੇ ਵਿੱਚ RBC ਨੂੰ ਮਾਰ ਦੇਣਗੇ। ਉਹਦੀ ਬਾਡੀ ਦੇ ਵਿੱਚ, ਬੱਚੇ ਦੀ ਬਾਡੀ ਦੇ ਵਿੱਚ RBC ਹੀ ਨਹੀਂ ਬਚਣਗੇ ਤਾਂ ਬੱਚਾ ਮਰ ਜਾਏਗਾ। ਤਾਂ ਹੀ ਉਹਨਾਂ ਨੇ ਕਿਹਾ ਡਿਜ਼ਾਸਟਰਸ, ਮੌਤ ਹੋ ਜਾਏਗੀ ਬੱਚੇ ਦੀ। ਅੱਗੇ ਪੜ੍ਹਦੇ ਆ। anti-RH antibodies already present in the mother will pass to the fetus through the placenta। ਕਹਿੰਦਾ ਮਦਰ ਦੇ anti-RH ਨੈਗੇਟਿਵ ਕਿਵੇਂ ਫੀਟਸ ਦੀ ਬਾਡੀ ਦੇ ਅੰਦਰ ਗਿਆ? ਉਹ ਇੱਕ ਪਲੇਸੈਂਟਾ ਸੀਗਾ ਜਿਹੜਾ ਮਦਰ ਬਾਡੀ ਔਰ ਫੀਟਸ ਦੇ ਨਾਲ ਜੁੜਿਆ ਹੋਇਆ ਸੀਗਾ। ਮਦਰ ਦੀ ਬਾਡੀ ਦੇ ਵਿੱਚੋਂ ਦੀ ਬਲੱਡ ਫੀਟਸ ਦੀ ਬਾਡੀ ਦੇ ਅੰਦਰ ਚਲਾ ਗਿਆ। ਹੁਣ ਫੀਟਸ ਦੀ ਬਾਡੀ ਦੇ ਅੰਦਰ ਵੀ ਹੁਣ anti-RH ਬਣ ਜਾਣਗੇ। ਸਮਝ ਆ ਗਿਆ? ਉਹ anti-RH ਕੀ ਕਰਨਗੇ, ਫੀਟਸ ਦੀ ਬਾਡੀ ਦੇ ਅੰਦਰ ਜਾ ਕੇ ਉਹਦੀਆਂ RBC ਨੂੰ ਵੀ ਡਿਸਟਰੋਏ ਕਰਨਾ ਸਟਾਰਟ ਕਰ ਦੇਣਗੇ। ਇਟ ਮੇ ਲੈਡ ਟੂ ਦਾ ਫੀਟਸ ਔਰ ਦਾ ਨਿਊ ਬੋਰਨ ਬੇਬੀ। ਫੀਟਸ ਮਤਲਬ ਜਾਂ ਤਾਂ ਬਾਡੀ ਦੇ ਅੰਦਰ ਹੀ ਮਰੇਗਾ ਉਹ ਬੱਚਾ ਜਾਂ ਬਾਹਰ ਆਉਣ ਤੋਂ ਕੁਝ ਟਾਈਮ ਪੀਰੀਅਡ ਬਾਅਦ ਮਰ ਜਾਏਗਾ। ਇਸ ਤਰ੍ਹਾਂ ਦੀ ਡਿਸੀਜ਼ ਨੂੰ ਬੋਲਿਆ ਜਾਂਦਾ ਹੈ ਐਰੀਥਰੋਬਲਾਸਟੋਸਿਸ ਫੋਰਟਿਲਿਸ। ਮਤਲਬ ਇੱਕ ਐਸੀ ਡਿਸੀਜ਼ ਜਿਸ ਦੇ ਕਾਰਨ ਬੱਚਾ ਜਾਂ ਤਾਂ ਮਦਰ ਬਾਡੀ 'ਚ ਮਰ ਜਾਂਦਾ ਜਾਂ ਬਾਡੀ ਤੋਂ ਬਾਹਰ ਆ ਕੇ ਮਰ ਜਾਂਦਾ। ਠੀਕ ਹੈ, ਇਹ RH ਫੈਕਟਰ ਉਰੇ ਹੀ ਖਤਮ ਹੁੰਦਾ ਹੈ। ਨੈਕਸਟ ਟੌਪਿਕ ਆਪਾਂ ਹਿਊਮਨ ਹਾਰਟ ਨੈਕਸਟ ਕਲਾਸ ਦੇ ਵਿੱਚ ਸਟੱਡੀ ਕਰਦੇ ਹਾਂ। ਥੈਂਕ ਯੂ ਫॉर ਟੁਡੇ।